ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ। ਸੋ ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ, ਉਨੀ ਕੀ ਵਿਚਾਰ ਆਪਾਂ ਕਰਦੇ ਹਾਂ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਜੈਸੀ ਸੁਰਤ ਤੇਹਾ ਰਾਹ ਹੈ। ਜਿਸ ਤਰ੍ਹਾਂ ਵੀ ਸਾਡੇ ਅੰਦਰ ਉਸ ਹੁਕਮ ਦੀ ਭੁੱਖ ਵੱਧਦੀ ਚਲੇ ਜਾਂਦੀ ਹੈ, ਤਿਵੇਂ ਤਿਵੇਂ ਹੁਕਮ ਦੀ ਬਰੀਕ ਤੋਂ ਬਰੀਕ ਸੋਝੀ ਪ੍ਰਾਪਤ ਹੁੰਦੀ ਰਹਿੰਦੀ ਹੈ। ਸੋ ਕੱਲ ਜੋ ਗੁਰ ਕਿਰਪਾ ਦੁਆਰਾ ਨੇ ਆਪਾਂ ਸ਼ਬਦ ਦੀ ਵਿਚਾਰ ਕੀਤੀ ਸੀ, ਮੰਨੈ ਸਗਲ ਭਵਨ ਕੀ ਸੁਧ, ਮੰਨੇ ਮੋਹ ਚੋਟਾ ਨਾ ਖਾਏ। ਅੱਜ ਦਾ ਜੋ ਬਚਨ ਹੈ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਕਿ ਜਿਹੜੀ ਜੋਤ, ਜਿਹੜਾ ਜੀਵ ਹੁਕਮ ਨੂੰ ਮੰਨਦਾ ਤੇ ਹੁਕਮ ਅਨੁਸਾਰ ਚੱਲਦਾ, ਉਸ ਨੂੰ ਪਾਤਸ਼ਾਹ ਕਹਿੰਦੇ ਜਮ ਕੁਛ ਨਹੀਂ ਕਰ ਸਕਦਾ। ਮੰਨੈ ਜਮ ਕੈ ਸਾਥ ਨਾ ਜਾਏ। ਹੁਣ ਜਮ ਹੈ ਭਰਮ, ਹੁਗਣ, ਅਗਿਆਨਤਾ, ਹਨੇਰਾ, ਨਿੰਦਾ, ਇਹ ਸਾਰਾ ਕੁਛ ਜਮ ਹੈ। ਹੁਣ ਇਸ ਗੱਲ ਤੋਂ ਇਹ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਹੇ ਮੇਰੇ ਮਨਾ, ਜੇ ਤੂੰ ਗੁਰਬਾਣੀ ਦੀ ਗੱਲ ਮੰਨੀ ਚੱਲੇ ਤਾਂ ਫਿਰ ਤੈਨੂੰ ਭਰਮ ਕੁਛ ਨਹੀਂ ਕਰ ਸਕਦਾ। ਫਿਰ ਤੇਰਾ ਜਿਹੜਾ ਸਾਥੀ ਹੈ ਉਹ ਭਰਮ ਨਹੀਂ ਹੋਵੇਗਾ। ਪਰ ਜੇ ਤੂੰ ਗੁਰਬਾਣੀ ਦੀ ਗੱਲ ਨਾ ਮੰਨੀ, ਗੁਰਬਾਣੀ ਦੇ ਅਨੁਸਾਰ ਨਾ ਚੱਲਿਆ, ਤਾਂ ਫਿਰ ਤੇਰਾ ਸਾਥੀ ਹੈ ਜਿਹੜਾ ਉਹ ਭਰਮ ਹੋਵੇਗਾ। ਕਿਉਂਕਿ ਤਾਂ ਹੀ ਪਾਤਸ਼ਾਹ ਨੇ ਲਿਖਿਆ ਨਾ, ਮੰਨੈ ਜਮ ਕੈ ਸਾਥ ਨਾ ਜਾਏ। ਕਿ ਜਿਹੜਾ ਹੁਕਮ ਨੂੰ ਮੰਨਦਾ, ਉਹਦਾ ਜਿਹੜਾ ਸਾਥ ਹੈ, ਉਹਦਾ ਜਿਹੜਾ ਸਾਥੀ ਹੈ, ਉਹ ਭਰਮ ਨਹੀਂ ਹੁੰਦਾ। ਤੇ ਜਿਹੜਾ ਹੁਕਮ ਨਹੀਂ ਮੰਨਦਾ, ਉਹਦਾ ਜਿਹੜਾ ਸਾਥੀ ਹੈ, ਉਹਦਾ ਭਰਮ ਹੁੰਦਾ। ਜਿਹੜਾ ਹੁਕਮ ਦੇ ਵਿੱਚ ਰਹਿੰਦਾ, ਉਹਦਾ ਸਾਥੀ ਹੈ ਫਿਰ ਨਾਮ, ਹੁਕਮ, ਸੱਚ। ਸੋ ਹੇ ਮੇਰੇ ਮਨਾ, ਇਹ ਹੁਣ ਤੇਰੇ ਤੇ ਨਿਰਭਰਤਾ ਹੈ ਕਿ ਤੂੰ ਕੀ ਕਰਨਾ ਹੈ। ਹਰ ਇੱਕ ਗੱਲ ਪਾਤਸ਼ਾਹ ਨੇ ਤੇਰੇ ਭਲੇ ਵਾਸਤੇ ਤੈਨੂੰ ਸਮਝਾਈ ਹੈ। ਜਿਹੜੀ ਵੀ ਜੋਤ ਆਪਣੇ ਮੂਲ ਦੇ ਅਨੁਸਾਰ ਹੁੰਦੀ ਹੈ, ਉਹ ਭਰਮ ਵਾਲੇ ਰਸਤੇ ਤੇ ਨਹੀਂ ਚੱਲ ਸਕਦੀ। ਉਹਨੂੰ ਭਰਮ ਕੁਛ ਵੀ ਨਹੀਂ ਕਰ ਸਕਦਾ। ਸਗੋਂ ਉਹ ਤਾਂ ਆਪਣਾ ਰਸਤਾ ਹੈ, ਜਿਹੜਾ ਨਿਰਾਕਾਰੀ ਰਸਤਾ ਹੈ, ਉਹ ਇਸ ਭਰਮ ਚੋਂ ਵੱਖਰਾ ਕਰ ਲੈਂਦਾ ਹੈ। ਹੁਣ ਭਰਮ ਦੂਰ ਕਿਵੇਂ ਹੁੰਦਾ ਹੈ? ਗੁਰਪ੍ਰਸਾਦ ਭਰਮ ਕਾ ਨਾਸ਼। ਕਿ ਜਿੰਨਾ ਚਿਰ ਸੁਰਤ ਆਪਣੇ ਗੁਰ ਨੂੰ ਪਰਸਦੀ ਨਹੀਂ, ਉਨਾ ਚਿਰ ਜੀਵਨ ਦੇ ਅੰਦਰੋਂ ਭਰਮ ਨਹੀਂ ਜਾਂਦਾ। ਗੁਰ ਪਰਸ ਆਦ। ਪਰਸਨਾ ਕਾਹਦੇ ਨਾਲ ਹੈ? ਗਿਆਨ ਦੇ ਨਾਲ। ਪਰਸਨਾ ਕੀ ਨੇ? ਬੁੱਧੀ ਨੇ, ਆਤਮਾ ਨੇ। ਆਤਮਾ ਨੇ ਆਪਣਾ ਸੁਗਿਆਨ ਪ੍ਰਾਪਤ ਕਰਨਾ ਹੈ। ਸੋ ਜਦੋਂ ਆਤਮਾ ਆਪਣੇ ਆਪ ਨੂੰ ਜਾਣਨਾ ਚਾਹੁੰਦੀ ਹੈ, ਜਾਣ ਜਾਂਦੀ ਹੈ, ਪਛਾਣ ਜਾਂਦੀ ਹੈ, ਸਮਝ ਜਾਂਦੀ ਹੈ, ਤਾਂ ਜਿਵੇਂ ਜਿਵੇਂ ਜਾਣਦੀ, ਪਛਾਣਦੀ, ਸਮਝਦੀ ਹੈ, ਤਿਵੇਂ ਤਿਵੇਂ ਉਹਦੇ ਅੰਦਰੋਂ ਭਰਮ ਦੂਰ ਹੁੰਦਾ ਚਲੇ ਜਾਂਦਾ। ਆਪਾਂ ਗੁਰਬਾਣੀ ਤੋਂ ਵੀ ਦੇਖਦੇ ਹਾਂ, ਸੱਚੇ ਪਾਤਸ਼ਾਹ ਦੇ ਬਚਨ, ਅੰਗ 132 ਉੱਪਰ ਵੀ ਪਾਤਸ਼ਾਹ ਕਹਿੰਦੇ, ਸੰਤਾਂ ਸੰਗਤ ਪਾਈ ਹੈ, ਜਿਤ ਜਮ ਕੈ ਪੰਥ ਨਾ ਜਾਈਏ। ਹੁਣ ਜਿਹੜੀ ਸੰਤਾਂ ਦੀ ਸੰਗਤ ਹੈ, ਹੁਣ ਸੰਤਾ ਸ਼ਬਦ ਬਹੁਵਚਨ ਹੈ। ਸੰਤਾਂ ਸੰਗਤ, ਜਿਹੜੀ ਜੋਤ ਨੇ ਆਪਣੇ ਮੂਲ ਨੂੰ ਪਛਾਣ ਲਿਆ, ਜਿਹੜਾ ਸਾਡਾ ਮੂਲ ਹੈ ਉਹ ਸੰਤ ਹੈ।
ਤੇ ਜਿੰਨੀਆਂ ਜੋਤਾਂ ਸੱਚਖੰਡ ਵਿੱਚ ਬੈਠੀਆਂ ਨੇ ਉਹ ਵੀ ਸੰਤ ਨੇ। ਇਹ ਸਾਰੇ ਇਕੱਠੇ ਹੋ ਗਏ। ਜਦੋਂ ਉਹਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਜਦੋਂ ਆਪਣੇ ਮੂਲ ਦੀ ਸੰਗਤ ਹੁੰਦੀ ਹੈ, ਉਹਦੇ ਵਿੱਚੋਂ ਕੀ ਪ੍ਰਾਪਤੀ ਹੁੰਦੀ ਹੈ? ਜਿਤ ਜਮ ਕੈ ਪੰਥ ਨਾ ਜਾਈਏ। ਉਹ ਜਿਹੜੀ ਸੁਰਤ ਹੈ, ਉਹ ਜਿਹੜੀ ਆਤਮ ਹੈ, ਉਹ ਫਿਰ ਭਰਮ ਦੇ ਰਸਤੇ ਤੇ ਨਹੀਂ ਜਾਂਦੀ। ਉਹ ਭਰਮ ਦੇ ਰਸਤੇ ਦੇ ਉੱਪਰ ਨਹੀਂ ਤੁਰਦੀ। ਉਹਦੀ ਸੁਰਤ ਦੇ ਅੰਦਰ ਭਰਮ ਨਹੀਂ ਹੁੰਦਾ। ਇਹ ਨਿਸ਼ਾਨੀ ਹੈ ਸੰਤਾਂ ਦੀ ਸੰਗਤ ਵਿੱਚੋਂ। ਹੁਣ ਇੱਕ ਸੰਤਾਂ ਦੀ ਸੰਗਤ ਬਾਹਰ ਵੀ ਹੁੰਦੀ ਹੈ। ਹੁਣ ਜਿਹੜੀ ਬਾਹਰ ਸੰਤਾਂ ਦੀ ਸੰਗਤ ਕਰਦੇ ਆ, ਉਹਦੇ ਵਿੱਚੋਂ ਤਾਂ ਭਰਮ ਉਵੇਂ ਦਾ ਉਵੇਂ ਖੜਾ ਰਹਿੰਦਾ। ਉੱਥੇ ਭਰਮ ਦੀ ਨਿਵਰਤੀ ਤਾਂ ਕੋਈ ਵੀ ਨਹੀਂ ਕਰਵਾ ਰਿਹਾ। ਉਹ ਤਾਂ ਕਦੇ ਪੁੱਛਦੇ ਹੀ ਨਹੀਂ ਵੀ ਤੁਹਾਨੂੰ ਭਾਈ ਭਰਮ ਤੁਹਾਡੇ ਅੰਦਰੋਂ ਕਿੰਨਾ ਕੁ ਦੂਰ ਹੋਇਆ, ਤੁਹਾਡੇ ਅੰਦਰੋਂ ਭਰਮ ਜਾ ਵੀ ਰਿਹਾ ਕਿ ਨਹੀਂ ਜਾ ਰਿਹਾ। ਉਹ ਤਾਂ ਇੱਕ ਸਿਰਫ ਇੱਕ ਰੀਤ ਸਮਝ ਕੇ ਲੱਗੇ ਹੋਏ ਆ ਲੋਕ। ਬਾਹਰੀ ਤੌਰ ਤੇ ਸੰਤ ਵੀ ਲੱਗੇ ਹੋਏ ਆ ਤੇ ਬਾਹਰੀ ਤੌਰ ਤੇ ਸੰਗਤ ਵੀ ਲੱਗੀ ਹੋਈ ਆ। ਜਦ ਕਿ ਸੰਤਾਂ ਦੀ ਜਿਹੜੀ ਸੰਗਤ ਹੈ ਉਹਦਾ ਤਾਂ ਪ੍ਰਤਾਪ ਹੀ ਬਹੁਤ ਹੈ। ਔਰ ਉਹਦਾ ਪ੍ਰਤਾਪ ਵੀ ਨਾਲ ਦੀ ਨਾਲ ਹੀ ਹੁੰਦਾ। ਇਹ ਨਹੀਂ ਵੀ ਸੰਤਾਂ ਦੀ ਸੰਗਤ ਅੱਜ ਕੀਤੀ ਤੇ ਪ੍ਰਤਾਪ ਕੱਲ ਨੂੰ ਹੋਊਗਾ। ਨਾਲ ਦੀ ਨਾਲ ਹੀ ਹੈ। ਐ ਕਰ ਕਰੇ ਸੋ ਐ ਕਰ ਪਾਏ। ਨਾਲ ਦੀ ਨਾਲ ਹੀ ਪ੍ਰਾਪਤੀ ਹੈ। ਪਰ ਸੰਤ ਸ਼ੁੱਧ ਹੋਵੇ। ਸੰਤ ਹੈ ਸਾਡਾ ਆਪਣਾ ਮੂਲ। ਸੰਗਤ ਕਰਨੀ ਹੈ ਮਨ ਬੁੱਧੀ ਨੇ। ਜਦੋਂ ਮਨ ਬੁੱਧੀ ਆਪਣੇ ਮੂਲ ਦੀ ਸੰਗਤ ਕਰਦੀ ਹੈ, ਸਮਝ ਆਉਂਦੀ ਹੈ ਗੁਰਬਾਣੀ ਦੀ, ਸੋਝੀ ਪ੍ਰਾਪਤ ਹੁੰਦੀ ਹੈ, ਤਿਵੇਂ ਤਿਵੇਂ ਉਹਦੇ ਅੰਦਰੋਂ ਭਰਮ ਹੁੰਦਾ ਦੂਰ ਚਲਾ ਜਾਂਦਾ ਹੈ। ਜਿਤ ਜਮ ਕੇ ਪੰਥ ਨਾ ਜਾਈ, ਕਦੇ ਵੀ ਨਹੀਂ ਜਾ ਸਕਦੀ। ਹੇ ਮੇਰੇ ਮਨਾ, ਇਹ ਹੁਣ ਤੂੰ ਆਪਣੇ ਅੰਦਰ ਵਾਚ। ਤੂੰ ਵੀ ਆਪਣੇ ਅੰਦਰਲੇ ਸੰਤ ਦੀ ਸ਼ਰਨ ਵਿੱਚ ਜਾ, ਕਿਉਂਕਿ ਉਸ ਸੰਤ ਦੀ ਸ਼ਰਨ ਵਿੱਚ ਜਾ ਕੇ ਤਾਂ ਨਾਲ ਦੀ ਨਾਲ ਹੀ ਉਧਾਰ ਹੋ ਜਾਂਦਾ ਹੈ। ਬਾਹਰ ਨਹੀਂ ਹੁੰਦਾ ਉਧਾਰ। ਬਾਹਰ ਤਾਂ ਸਗੋਂ ਭਰਮ ਪੈਦਾ ਹੋ ਸਕਦਾ ਹੈ। ਅੰਗ 135 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੇ ਬਸ ਪੜੀਆ। ਕਹਿੰਦੇ ਉਹਨਾਂ ਦਾ ਤਾਂ ਕਦੇ ਦੁੱਖ ਦੂਰ ਹੁੰਦਾ ਹੀ ਨਹੀਂ, ਉਤਰਦਾ ਹੀ ਨਹੀਂ। ਦੁੱਖ ਕੀ ਹੈ? ਚਿੰਤਾ ਹੈ। ਬਾਰ-ਬਾਰ ਸਰੀਰ ਧਾਰਨੇ ਪੈਂਦੇ ਹੈ, ਜੋਤ ਨੂੰ ਤਕਲੀਫ ਹੁੰਦੀ ਹੈ। ਤਿੰਨ ਦੁੱਖ ਨਾ ਕਬਹੂ ਉਤਰੈ, ਕਦੇ ਵੀ ਨਹੀਂ ਪਾਤਸ਼ਾਹ ਕਹਿੰਦੇ ਉਤਰ ਸਕਦਾ। ਸੇ ਜਮ ਕੇ ਬਸ ਪੜੀ। ਜਿਹੜੀ ਆਤਮਾ, ਜਿਹੜੀ ਸੁਰਤ ਭਰਮ ਦੇ ਵਿੱਚ ਫਸ ਗਈ, ਉਹਨੂੰ ਭਰਮ ਚੋਂ ਨਿਕਲਣਾ ਬਹੁਤ ਔਖਾ ਹੈ। ਕਿਉਂਕਿ ਉਹਨੇ ਭਰਮ ਹੀ ਐਸਾ ਪਾ ਲਿਆ। ਉਹ ਭਰਮ ਦੇ ਵਿੱਚ ਪੈ ਕੇ ਵੀ ਇਹ ਗੱਲ ਮੰਨਦੀ ਹੈ ਕਿ ਮੈਂ ਤਾਂ ਭਰਮ 'ਚ ਹੈ ਹੀ ਨਹੀਂ। ਉਹ ਝੂਠ ਬੋਲ ਕੇ ਵੀ ਨਹੀਂ ਮੰਨਦੀ ਕਿ ਮੈਂ ਝੂਠ ਬੋਲਦੀ ਹਾਂ। ਉਹ ਕਹਿੰਦੀ ਮੈਂ ਤਾਂ ਸੱਚ ਬੋਲਦੀ ਹਾਂ। ਉਹ ਕਰਮ ਧਰਮ ਨੂੰ ਹੀ ਕਰਕੇ ਵੀ ਆਖੀ ਜਾਂਦੀ ਹੈ ਮੈਂ ਤਾਂ ਧਰਮ ਕਰਮ ਕਰਦੀ ਹਾਂ। ਪਰ ਜਦੋਂ ਸਵੈਮ ਆਪਣੇ ਆਪ ਤੇ ਪਟੰਤਰੇ ਦੀ ਗੱਲ ਆਉਂਦੀ ਹੈ, ਵਾਚਣ ਦੀ ਗੱਲ ਆਉਂਦੀ ਹੈ, ਪਰਖਣ ਦੀ ਗੱਲ ਆਉਂਦੀ ਹੈ, ਫਿਰ ਕੋਈ ਜਵਾਬ ਨਹੀਂ ਦਿੰਦੀ। ਜਦ ਕਿ ਗੁਰਬਾਣੀ ਦਾ ਫਰਮਾਨ ਹੈ, ਨਾਨਕ ਪਰਖੈ ਆਪ ਕੋ। ਨਾਨਕ ਜੀ ਪਾਤਸ਼ਾਹ ਕਹਿੰਦੇ ਤੁਸੀਂ ਆਪਣੇ ਆਪ ਨੂੰ ਪਰਖਣਾ ਹੈ। ਸੋਈ ਪੁਰਖ ਸੁਜਾਨ, ਕਹਿੰਦੇ ਉਹੀ ਪੁਰਖ ਸੁਜਾਨ ਹੋ ਸਕਦਾ। ਉਹਨੂੰ ਹੀ ਸੱਚ ਦੀ ਜਾਣਕਾਰੀ ਆ ਸਕਦੀ ਹੈ। ਉਹੀ ਪੂਰੀ ਸੋਝੀ ਦਾ ਮਾਲਕ ਬਣ ਸਕਦਾ ਜਿਹੜਾ ਆਪਣੇ ਆਪ ਨੂੰ ਪਰਖਦਾ। ਹੇ ਮੇਰੇ ਮਨਾ, ਪਰਖਣਾ ਤਾਂ ਹੁਣ ਤੂੰ ਆਪਣੇ ਆਪ ਨੂੰ ਹੈ ਕਿ ਇੰਨਾ ਸਮਾਂ ਲੰਘ ਗਿਆ ਜੀਵਨ ਦੇ ਵਿੱਚ, ਧਰਮ ਦੇ ਜੋ ਕੰਮ ਕਰਦਾ ਹੈ, ਇਹਨਾਂ 'ਚੋਂ ਪ੍ਰਾਪਤੀ ਕੀ ਹੈ? ਜੇ ਤਾਂ ਇਹਨਾਂ 'ਚੋਂ ਪ੍ਰਾਪਤੀ ਹੈ ਫਿਰ ਤਾਂ ਤੂੰ ਸੁਜਾਨ ਹੈ। ਪਰ ਜੇ ਤੈਨੂੰ ਪ੍ਰਾਪਤੀ ਨਹੀਂ ਹੋ ਰਹੀ ਫਿਰ ਤੂੰ ਅਣਜਾਣ ਹੈ। ਫਿਰ ਤੈਨੂੰ ਮੰਨਣਾ ਪਊਗਾ ਕਿਤੇ ਇਸੇ ਭਰਮ, ਇਹੀ ਤਾਂ ਭਰਮ ਹੈ। ਸੰਸਾਰ 'ਚ ਜੋ ਹੋ ਰਿਹਾ ਹੈ ਉਹ ਤਾਂ ਹੁਕਮ 'ਚ ਹੋ ਰਿਹਾ ਹੈ। ਤੇਰੇ ਅੰਦਰ ਜਿਹੜਾ ਕੁਝ ਹੋ ਰਿਹਾ ਹੈ, ਤੂੰ ਆਪਣੇ ਅੰਦਰ ਝਾਤੀ ਮਾਰ ਕਿ ਉਹਦੇ ਨਾਲ ਤੇਰੇ ਅੰਦਰ ਕੀ ਫਰਕ ਪੈ ਰਿਹਾ। ਕਿਤੇ ਜੰਮ ਕੇ ਬਸ ਨਾ ਪੈ ਜੀ, ਭਰਮ 'ਚ ਨਾ ਜੀਵ ਚਲੇ ਜਾਵੇ। ਅੰਗ 365 ਉੱਪਰ ਵੀ ਪਾਤਸ਼ਾਹ ਕਹਿੰਦੇ, ਬਿਨ ਨਾਵੈ ਜਮ ਕੇ ਵਸ ਹੈ ਮਨਮੁਖ ਅੰਧ ਗਵਾਰ। ਬਿਨ ਨਾਵੈ ਜਮ ਕੇ ਵਸ ਹੈ। ਹੁਣ ਦੋ ਹੀ ਚੀਜ਼ਾਂ ਨੇ, ਜਾਂ ਇੱਕ ਹਨੇਰਾ ਹੈ ਜਾਂ ਚਾਨਣ ਹੈ, ਜਾਂ ਸੱਚ ਹੈ ਜਾਂ ਝੂਠ ਹੈ।
ਜਾਂ ਗਿਆਨ ਹੈ ਜਾਂ ਅਗਿਆਨ ਹੈ। ਹੇ ਮੇਰੇ ਮਨਾ ਹੁਣ ਤੂੰ ਆਪਣੇ ਅੰਦਰ ਝਾਤੀ ਮਾਰ। ਤਾਂ ਹੀ ਪਾਤਸ਼ਾਹ ਨੇ ਲਿਖਿਆ ਬਿਨ ਨਾਵ ਹੈ ਜਮ ਕੇ ਵਸ ਹੈ, ਕਿ ਜਿੰਨਾ ਚਿਰ ਤੇਰੇ ਕੋਲ ਨਾਵ ਨਹੀਂ ਹੈ, ਹੁਕਮ ਦੀ ਸੋਝੀ ਨਹੀਂ ਹੈ, ਤੈਨੂੰ ਸੁਗਿਆਨ ਨਹੀਂ ਹੈ ਤੇਰੇ ਕੋਲ, ਉਨਾ ਚਿਰ ਤੂੰ ਜਮ ਦੇ ਵਸ 'ਚ ਹੀ ਹੈ, ਉਨਾ ਚਿਰ ਤੂੰ ਭਰਮ 'ਚ ਹੀ ਹੈ। ਭਰਮੇ ਭੁੱਲਾ ਦੇ ਦਿੱਤਾ ਵਈ ਹੈ। ਮਨਮੁਖ ਅੰਧ ਗਵਾਰ। ਫਿਰ ਕੀ ਹੈ? ਮਨ ਮੁਖ ਹੈ ਜਿਹੜਾ, ਮਨ ਤੇ ਬੁੱਧੀ ਦੋਏ ਜਾਣੇ ਅੰਧ ਨੇ, ਰਸਤਾ ਹੀ ਨਹੀਂ ਲੱਭਦਾ। ਤੇ ਅੰਨੇ ਨੂੰ ਵੀ ਰਸਤਾ ਮਿਲਣ ਦਾ ਚਾਂਸ ਬਣ ਜਾਂਦਾ ਹੈ, ਪਰ ਜੇ ਅੰਨਾ ਹੀ ਗਵਾਰ ਹੋ ਜਾਵੇ, ਅੰਨੇ ਬੰਦੇ ਨੂੰ ਸੰਸਾਰੀ ਤੌਰ ਤੇ ਵੀ ਕੋਈ ਫੜ ਕੇ ਦੂਜੇ ਪਾਸੇ ਲਿਜਾ ਸਕਦਾ ਹੈ, ਪਰ ਜੇ ਅੰਨਾ ਬੰਦਾ ਹੀ ਅੜ ਜਾਵੇ ਵੀ ਮੈਂ ਤਾਂ ਜਾਣਾ ਹੀ ਨਹੀਂ, ਅੰਨੇ ਬੰਦੇ ਦੀ ਸੰਸਾਰੀ ਤੌਰ ਤੇ, ਜਿਹਨੂੰ ਸਰੀਰਕ ਤੌਰ ਤੇ ਨਹੀਂ ਦੀਂਦਾ, ਉਹਨੂੰ ਕੋਈ ਫੜ ਕੇ ਦੂਸਰੇ ਪਾਸੇ ਲਿਜਾਣਾ ਚਾਹੁੰਦਾ ਹੈ, ਉਹ ਅੜ ਜਾਵੇ ਵੀ ਮੈਂ ਤਾਂ ਜਾਣਾ ਨਹੀਂ, ਕੋਈ ਧੱਕੇ ਨਾਲ ਥੋੜੋ ਲੈ ਜਾਊਗਾ। ਹੇ ਮੇਰੇ ਮਨਾ, ਪਾਤਸ਼ਾਹ ਨੇ ਤੇਰੀ ਹਾਲਤ ਤਾਂ ਹੀ ਲਿਖੀ ਇੱਥੇ ਕਿ ਮਨਮੁਖੀ, ਕਿ ਤੇਰੇ ਆਪ ਦੇ ਅੰਦਰ ਹੀ ਇਹ ਇੱਛਾ ਨਹੀਂ ਹੈਗੀ, ਤੂੰ ਆਪ ਹੀ ਨਹੀਂ ਚਾਹੁੰਦਾ ਹੈਗਾ ਵੀ ਮੈਂ ਪਾਰ ਨਿਕਲਾਂ। ਤੂੰ ਤਾਂ ਅੰਨਾ ਹੈ, ਹਿੰਦੂ ਅੰਨਾ, ਜਿਹੜਾ ਅਗਿਆਨੀ ਹੈ ਉਹ ਅੰਨਾ ਹੈ। ਤੂੰ ਅਗਿਆਨੀ ਹੋਈ ਹੈ, ਤੂੰ ਹਿੰਦੂ ਹੈ। ਕਹਿਣ ਨੂੰ ਤੂੰ ਆਪਣੇ ਆਪ ਨੂੰ ਸਿੱਖ ਕਹਾ, ਉਹ ਕੋਈ ਫਰਕ ਨਹੀਂ ਪੈਂਦਾ, ਪਰ ਸੱਚਖੰਡ ਦੀ ਦ੍ਰਿਸ਼ਟੀ ਤੋਂ ਵਾ ਗੁਰਬਾਣੀ ਦੀ ਦ੍ਰਿਸ਼ਟੀ ਤੋਂ ਤੂੰ ਹਿੰਦੂ ਹੀ ਹੈ, ਕਿਉਂਕਿ ਤੂੰ ਅੰਨਾ ਹੈ। ਜਾਂ ਤੂੰ ਦੱਸ ਵੀ ਤੇਰੇ ਕੋਲ ਭਰਮ ਹੈ ਨਹੀਂ। ਸਵੈਮ ਨੂੰ ਤਾਂ ਆਪਣੇ ਆਪ ਦਾ ਤੂੰ ਜਾਣਦਾ ਹੀ ਆ ਨਾ, ਸਾਰਾ ਕੁਝ ਤੇਰੇ ਅੰਦਰ ਕੀ ਹੈ। ਇੱਥੇ ਕਿਸੇ ਨੂੰ ਜਾਣਨ ਦੀ ਤਾਂ ਗੱਲ ਹੀ ਨਹੀਂ, ਸਵੈਮ ਨੂੰ ਜਾਣਨ ਦੀ ਗੱਲ ਹੈ। ਸੋ ਅੰਧ ਗਵਾਰ, ਪਾਤਸ਼ਾਹ ਕਹਿੰਦੇ ਤੂੰ ਗਵਾਰ ਹੈ, ਢੀਠ ਹੈ, ਮੂਰਖ ਹੈ, ਅੰਧ ਘੋਰ ਹੈ, ਸਭ ਕੁਝ ਜਾਣਦਾ ਹੋਇਆ ਵੀ ਨਹੀਂ ਮੰਨਦਾ। ਅੰਗ 433 ਉੱਪਰ ਵੀ ਪਾਤਸ਼ਾਹ ਕਹਿੰਦੇ ਫਫੈ ਫਾਹੀ ਸਭ ਜਗ ਫਾਸਾ ਜਮ ਕੈ ਸੰਗਲ ਬੰਦ ਲਿਆ। ਹੇ ਮੇਰੇ ਮਨਾ, ਦੇਖ ਪਾਤਸ਼ਾਹ ਕੀ ਲਿਖਦਾ, ਕਹਿੰਦੇ ਫੱਫੇ ਅੱਖਰ ਦੁਆਰਾ ਉਪਦੇਸ਼ ਦਿੰਦੇ ਆ, ਫਾਹੀ ਸਭ ਜਗ ਫਾਸਾ, ਕਹਿੰਦੇ ਇੱਕ ਨਹੀਂ ਸਾਰਾ ਸੰਸਾਰ ਹੀ ਫਸਿਆ ਪਿਆ ਇਸ ਚੱਕਰ 'ਚ। ਹੁਣ ਸੰਸਾਰ ਸਾਰਾ ਫਸਿਆ ਹੋਇਆ, ਸੰਸਾਰ ਦੇ ਵਿੱਚ ਤਾਂ ਲੋਕ ਧਾਰਮਿਕ ਬਹੁਤ ਨੇ, ਉਹ ਤਾਂ ਨਾਮ ਹੀ ਬੜਾ ਜਪਦੇ ਆ, ਉਹ ਤਾਂ ਸੇਵਾ ਹੀ ਬਹੁਤ ਕਰਦੇ, ਉਹ ਤਾਂ ਸੰਗਤ ਬਹੁਤ ਕਰਦੇ, ਉਹ ਤਾਂ ਦਾਨ ਬਹੁਤ ਕਰਦੇ, ਉਹ ਤਾਂ ਧਰਮ ਦੇ ਜਿੰਨੇ ਵੀ ਕੰਮ ਨੇ ਸਾਰੇ ਕਰਦੇ ਆ। ਸਵੇਰਿਓਂ ਉੱਠਦੀ ਸਾਰ ਤੇ ਸ਼ਾਮ ਨੂੰ ਪੈਣ ਤੱਕ ਉਹ ਧਰਮ ਦੇ ਹੀ ਕੰਮ ਕਰਦੇ ਆ। ਉਸ ਵੇਲੇ ਪੰਡਤ ਸੀ, ਜੋਗੀ ਸੀ, ਬ੍ਰਾਹਮਣ ਸੀ, ਕਾਜੀ ਸੀ, ਮੁੱਲਾ ਸੀ, ਅੱਜ ਸਿੱਖ ਵੀ ਨੇ ਵਿੱਚ, ਅੱਜ ਇਹ ਵੀ ਸਾਰਾ ਕੁਝ ਕਰਦੇ। ਤੇ ਪਾਤਸ਼ਾਹ ਕਹਿੰਦੇ ਫਾਹੀ ਸਭ ਜਗ ਫਾਸਾ, ਕਹਿੰਦੇ ਤਾਂ ਸਾਰੇ ਹੀ ਫਸੇ ਹੋਏ ਨੇ। ਫੱਫੈ ਫਾਹੀ ਸਭ ਜਗ ਫਾਸਾ ਜਮ ਕੈ ਸੰਗਲ ਬੰਦ ਲੈ, ਕਹਿੰਦੇ ਹੁਣ ਆਹ ਚੀਜ਼ ਹੈ, ਇਹਨੇ ਸਾਰਾ ਸੰਸਾਰ ਫਸਾਇਆ ਹੋਇਆ, ਜਮ ਕੈ ਸੰਗਲ, ਹੁਣ ਸੰਗਲ ਜੰਮਦਾ ਪਿਆ ਹੋਇਆ, ਭਰਮ ਦਾ ਸੰਗਲ ਪੈ ਗਿਆ। ਐਸਾ ਬੰਧਨ 'ਚ ਪੈ ਗਿਆ, ਧਰਮ ਦੇ ਸੰਗਲ 'ਚ ਐਸਾ ਫਸ ਗਿਆ ਕਿ ਨਿਕਲਣ ਦਾ ਨਾਂ ਹੀ ਨਹੀਂ ਲੈਂਦਾ। ਹੁਣ ਨਿਕਲਣ ਬਾਰੇ ਤਾਂ ਸੋਚੇ ਜੇ ਇਹ ਮੰਨੇ ਵੀ ਮੈਂ ਫਸਿਆ ਹੋਇਆ। ਜਦੋਂ ਕੋਈ ਫਸ ਜਾਂਦਾ ਹੈ, ਉਹ ਤਾਂ ਕੋਸ਼ਿਸ਼ ਕਰਦਾ ਵੀ ਮੈਂ ਨਿਕਲਾਂ, ਪਰ ਹੇ ਮੇਰੇ ਮਨਾ, ਤੂੰ ਤਾਂ ਮੰਨਦਾ ਹੀ ਨਹੀਂ ਕਿ ਮੈਂ ਫਸਿਆ ਹੋਇਆ, ਤੂੰ ਤਾਂ ਕਹਿੰਦਾ ਮੈਂ ਤਾਂ ਨਿਕਲਿਆ ਹੋਇਆ, ਮੈਨੂੰ ਤਾਂ ਸਾਰਾ ਹੀ ਪਤਾ ਹੈ, ਮੈਂ ਤਾਂ ਨਾਮ ਜਪਦਾ। ਹੇ ਮੇਰੇ ਮਨਾ, ਜੇ ਤੂੰ ਨਾਮ ਜਪਦਾ ਤਾਂ ਫਿਰ ਤੇਰੇ ਅੰਦਰ ਹਉਮੈ ਨਹੀਂ ਹੋ ਸਕਦੀ। ਤੇ ਤੂੰ ਹੁਣ ਦੇਖ, ਹਜੇ ਵੀ ਤੇਰੇ ਕੋਲ ਸਮਾਂ ਹੈ। ਇਹ ਨਹੀਂ ਗੱਲ ਕਿ ਸਮਾਂ ਨਹੀਂ, ਸਮਾਂ ਹੈ। ਹਜੋਂ ਕਿਛ ਵਿਗੜਿਓ ਨਹੀਂ, ਹਜੇ ਵੀ ਕੁਛ ਨਹੀਂ ਵਿਗੜਿਆ, ਸੱਚ ਤੇ ਆ ਜਾ, ਮੰਨ ਜਾਏ ਗੱਲ ਕਿ ਮੇਰੇ ਕੋਲ ਕੁਛ ਨਹੀਂ ਹੈਗਾ। ਜੋ ਕੁਛ ਵੀ ਕੀਤਾ ਮੈਂ ਸਰੀਰ ਕਰਕੇ ਕੀਤਾ ਜ਼ਰੂਰ ਹੈ ਧਰਮ ਦਾ ਕੰਮ, ਪਰ ਉਹ ਧਰਮ ਕਰਮ ਨਹੀਂ ਸੀ, ਉਹ ਮੇਰਾ ਕਰਮ ਧਰਮ ਸੀ। ਜੇ ਤਾਂ ਧਰਮ ਕਰਮ ਹੁੰਦਾ ਤਾਂ ਅਨੁਰਾਗੋ ਹੈ ਨਾਲ ਹੀ, ਧਰਮ ਕਰਮ ਅਨੁਰਾਗੋ 10ਵੇਂ ਪਾਤਸ਼ਾਹ ਕਹਿੰਦੇ ਆ।
ਜਦੋਂ ਸੁਰਤ ਧਰਮ ਦਾ ਕਰਮ ਕਰਦੀ ਹੈ, ਧਰਮ ਨੂੰ ਅੱਗੇ ਰੱਖ ਕੇ ਆਪਣਾ ਆਪ ਸੋਚ ਲੈ ਕੇ ਜਾਂਦੀ ਆ, ਤਾਂ ਉਹਨੂੰ ਅਨੁਰਾਗ ਹੁੰਦਾ ਹੈ, ਉਹ ਮਾਇਆ ਤੋਂ ਪਰੇ ਹੁੰਦੀ ਹੈ। ਤੇ ਜਦੋਂ ਕਰਮ ਮੁਰੇ ਰੱਖਿਆ ਜਾਂਦਾ ਹੈ, ਆਪਣੀ ਸੋਚ ਮੁਤਾਬਕ ਧਰਮ ਬਣਾਇਆ ਜਾਂਦਾ ਹੈ, ਆਪਣੀ ਭਾਵਨਾ ਮੁਤਾਬਕ ਪਰਮੇਸ਼ਰ ਅੱਗੇ ਪੇਸ਼ ਹੋਇਆ ਜਾਂਦਾ ਹੈ, ਸਾਰਾ ਕੁਝ ਆਪਣੇ ਵੱਲੋਂ ਸੋਚ ਕੇ ਕੀਤਾ ਜਾਂਦਾ ਹੈ। ਜਿਹੜੀ ਰਹਿਤ ਮਰਜ਼ਾਦਾ ਉਹ ਆਪਣੇ ਵੱਲੋਂ ਸੋਚ ਕੇ ਕੀਤੀ ਜਾਂਦੀ ਹੈ। ਜੇ ਤਾਂ ਹੁੰਦੀ ਇਕੱਲੀ ਰਹਿਤ ਫਿਰ ਤਾਂ ਬੈਨੀਫਿਟ ਸੀ, ਪਰ ਮਰਜ਼ਾਦਾ ਨਾਲ ਲੱਗੀ, ਆਪਣੀ ਇੱਛਾ ਵੀ ਹੈ ਕਿ ਅਸੀਂ ਵੀ ਐਂ ਚਾਹੁੰਦੇ ਹਾਂ। ਤਾਂ ਪਾਤਸ਼ਾਹ ਨੇ ਲਿਖਿਆ ਕਰਮ ਧਰਮ ਪਾਖੰਡ, ਇਹ ਦੋ ਹਿੱਸੇ ਕਰ ਦਿੰਦਾ ਸਾਨੂੰ। ਦੇਖੋ ਕੀ ਲਿਖਿਆ ਪਾਤਸ਼ਾਹ ਨੇ, ਕਰਮ ਧਰਮ ਪਾਖੰਡ, ਖੰਡ ਹੁੰਦਾ ਟੁਕੜਾ, ਅਸਲੀਅਤ ਦੀ ਸੋਝੀ ਨਹੀਂ ਆਉਣ ਦਿੰਦਾ। ਇਹ ਵੀ ਮੰਨਦਾ ਗੁਰਬਾਣੀ ਸੱਚ ਹੈ, ਪਰ ਆਪ ਉਹ ਤੇ ਭਰੋਸਾ ਵੀ ਨਹੀਂ ਕਰਦਾ। ਇਹ ਵੀ ਗੱਲ ਤੇ ਭਰੋਸਾ ਹੈ ਵੀ ਜੋ ਗੁਰਬਾਣੀ 'ਚ ਲਿਖਿਆ ਸਹੀ ਲਿਖਿਆ, ਗਲਤ ਨਹੀਂ ਲਿਖਿਆ, ਪਰ ਮੰਨਣ 'ਚ ਵੀ ਤਕਲੀਫ ਹੈ। ਇਹ ਪਾਖੰਡ ਹੈ। ਕਰਮ ਧਰਮ ਪਾਖੰਡ ਜੋ ਦੀਸੈ, ਕਹਿੰਦੇ ਦਿਸਦਾ ਇਹਨੂੰ ਸਾਰਾ ਕੁਝ ਜੋ ਗੁਰਬਾਣੀ 'ਚ ਲਿਖਿਆ। ਉਸ ਵੇਲੇ ਧਰਮ ਦੇ ਹੋਰ ਗ੍ਰੰਥ ਸੀਗੇ, ਅੱਜ ਗੁਰਬਾਣੀ ਹੈ। ਕਰਮ ਧਰਮ ਪਾਖੰਡ ਜੋ ਦੀਸੈ ਤਿਨੀ ਜਮ ਜਗਾਤੀ ਲੁੱਟੈ, ਕਹਿੰਦੇ ਫਿਰ ਭਾਈ ਤੁਹਾਨੂੰ ਜਿਹੜਾ ਕੁਛ ਤੁਸੀਂ ਕਰਦੇ ਹੋ, ਜਮ ਹੈ ਜਿਹੜਾ ਭਰਮ ਹੈ, ਉਹ ਤੁਹਾਨੂੰ ਲੁੱਟ ਲੈਂਦਾ ਹੈ। ਤੁਸੀਂ ਭਰਮ ਦੇ ਹਨੇਰੇ 'ਚ ਐਸੇ ਫਸ ਜਾਂਦੇ ਹੋ, ਤੁਸੀਂ ਆਪਣੇ ਆਪ ਨੂੰ ਹੀ ਸੱਚ ਮੰਨੀ ਜਾਂਦੇ। ਫਿਰ ਕਿਸੇ ਨੂੰ ਪਤਾ ਲੱਗਿਆ, ਉਹ ਕਹਿੰਦਾ ਪਾਤਸ਼ਾਹ ਵੀ ਕਰਨਾ ਕੀ ਹੈ? ਕਹਿੰਦੇ ਨਿਰਵਾਣ ਕੀ ਰਤਨ ਗਾਵੋ ਕਰਤੇਗਾ, ਨਿਮਕ ਸਿਮਰਤ ਜਿਤ ਛੂਟੈ। ਨਿਰਵਾਣ ਕੀ ਰਤਨ, ਉਹ ਸੁਗਿਆਨ ਪ੍ਰਾਪਤ ਕਰਨਾ ਹੈ ਜਿਹਦੇ ਵਿੱਚ ਆਪਣੀ ਕੋਈ ਇੱਛਾ ਨਾ ਹੋਵੇ। ਨਿਰਵਾਣ ਹੁੰਦਾ ਬਾਣੀ ਤੋਂ ਰਹਿਤ, ਆਪਣੀ ਇੱਛਾ ਤੋਂ ਰਹਿਤ ਹੋਣਾ। ਕੀ ਰਤਨ, ਉਹ ਕਿਹੜਾ ਰਤਨ ਹੈ, ਉਹਦੀ ਜਾਣਕਾਰੀ ਪ੍ਰਾਪਤ ਕਰੋ। ਇਹਨੂੰ ਅਸੀਂ ਉਹਨੂੰ ਕੀਰਤਨ ਬਣਾ ਲਿਆ ਵੀ ਜਿਹੜਾ ਸ਼ਬਦ ਬਾਜੇ ਨਾਲ ਪੜ੍ਹਦੇ ਆ ਗਾ ਕੇ ਵੀ ਇਹ ਕੀਰਤਨ ਹੈ। ਇਹ ਕੀਰਤਨ ਨਹੀਂ ਹੈ, ਉਹ ਤਾਂ ਇੱਕ ਸੁਰਾਂ ਦੇ ਆਸਰੇ ਅਸੀਂ ਜਾਂ ਹਾਰਮੋਨੀਅਮ ਦੇ ਆਸਰੇ ਜਾਂ ਹੋਰ ਇੰਸਟਰੂਮੈਂਟਾਂ ਦੇ ਆਸਰੇ ਇੱਕ ਸ਼ਬਦ ਨੂੰ ਗਾ ਕੇ ਪੜ੍ਹਦੇ ਹਾਂ। ਉਹ ਕੀਰਤਨ ਨਹੀਂ ਹੈ, ਗੁਰਬਾਣੀ ਮੁਤਾਬਕ ਕੀਰਤਨ ਨਹੀਂ ਹੈ, ਸੱਚਖੰਡ 'ਚੋਂ ਪ੍ਰਵਾਨਿਤ ਕੀਰਤਨ ਨਹੀਂ ਹੈ। ਨਿਰਵਾਣ ਹੈ ਉਹ ਤਾਂ। ਪਾਤਸ਼ਾਹ ਨੇ ਆਖਿਆ ਕਿ ਨਿਰਵਾਣ ਹੋ, ਮਾਇਆ ਦੀ ਇੱਛਾ ਤੋਂ ਰਹਿਤ ਹੋ, ਉਹ ਸੁਗਿਆਨ ਪ੍ਰਾਪਤ ਕਰ ਕਿ ਮੈਂ ਮਾਇਆ ਦੀ ਇੱਛਾ ਤੋਂ ਰਹਿਤ ਕਿਵੇਂ ਹੋਵਾਂ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਆਏ, ਜਿਹੜਾ ਕਰਤਾ ਹੈ ਉਹਦੇ ਹੁਕਮ ਦੀ ਗੱਲ ਕਰ, ਉਹਦੇ ਹੁਕਮ 'ਚ ਰਹਿਣਾ ਹੈ। ਉਹਦਾ ਫਿਰ ਪ੍ਰਾਪਤੀ ਕੀ ਹੈ? ਨਿਮਕ ਸਿਮਰਤ ਜਿਤ ਛੂਟੈ। ਤੈਨੂੰ ਇੱਕ ਸਕਿੰਟ ਦੀ ਚੇਤਾ ਤਾਂ ਆਉਣ ਦੀ ਲੋੜ ਹੈ। ਨਿਮਕ ਸਿਮਰਤ ਹੈ, ਇੱਕ ਸਕਿੰਟ ਲਈ ਉਹਦਾ ਚੇਤਾ ਆ ਜਾਵੇ। ਸਿਮਰਤ, ਉਸੇ ਵੇਲੇ ਤੈਂ ਉਹਦੇ ਵਿੱਚ ਸਮਾ ਜਾਣਾ, ਉਸੇ ਵੇਲੇ ਤੂੰ ਹੁਕਮ ਚੱਲਣ ਲੱਗਣਾ। ਜਿਤ ਛੁੱਟਾ ਤੂੰ ਛੁੱਟ ਜਾਣਾ ਭਵ ਸਾਗਰ 'ਚੋਂ। ਕਲ ਯੁੱਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਉਹਦਾ ਵੀ ਅਰਥ ਅਸੀਂ ਇਹੀ ਬਣਾ ਲਿਆ ਵੀ ਕਲ ਯੁੱਗ 'ਚ ਕੀਰਤਨ ਕਰਨਾ ਸਭ ਤੋਂ ਸ੍ਰੇਸ਼ਟ ਹੈ। ਫਿਰ ਤਾਂ ਜਿਹੜੇ ਰਾਗੀ ਨੇ ਉਹੀ ਸ੍ਰੇਸ਼ਟ ਨੇ, ਬਾਕੀ ਜਿਹੜੇ ਸੁਣਨ ਵਾਲੇ ਫਿਰ ਉਹ ਕੀ ਕਰਨਗੇ? ਫਿਰ ਤਾਂ ਉਹ ਵਿਚਾਰੇ ਕੁਛ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਸਾਜ਼ ਹੀ ਨਹੀਂ ਵਜਾਉਣਾ ਆਉਂਦਾ। ਜੇ ਕੀਰਤਨ ਕਰਨ ਵਾਲਾ ਹੀ ਸਭ ਤੋਂ ਸ੍ਰੇਸ਼ਟ ਹੈ, ਫਿਰ ਤਾਂ ਰਾਗੀ ਸ੍ਰੇਸ਼ਟ ਹੈ, ਬਾਕੀ ਤਾਂ ਕੋਈ ਸ੍ਰੇਸ਼ਟ ਨਹੀਂ ਹੈ। ਜਦ ਕਿ ਰਾਗੀ ਨੂੰ ਗੁਰਬਾਣੀ ਨਹੀਂ ਮੰਨਦੀ। ਗੁਰਬਾਣੀ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਵੇਦੀ ਬਹੁ ਭਾਂਤ ਕਰ ਨਹੀਂ, ਹਰ ਹਰ ਭੀਜੈ ਰਾਮ ਰਾਜੇ। ਕਹਿੰਦੇ ਇਹਨਾਂ ਦੇ ਪਰਮੇਸ਼ਰ ਖੁਸ਼ ਹੁੰਦਾ ਹੀ ਨਹੀਂ, ਕਿਉਂਕਿ ਰਾਗੀ ਤਾਂ ਮਾਇਆ ਲਈ ਰਾਗ ਲਾਪਦਾ ਹੈ। ਰਾਗੀ ਤੋਂ ਬਾਅਦ ਬੈਰਾਗੀ ਹੁੰਦਾ ਹੈ, ਬੈਰਾਗੀ ਤੋਂ ਬਾਅਦ ਅਨੁਰਾਗੀ ਹੈ, ਫਿਰ ਕਿਤੇ ਪ੍ਰਾਪਤੀ ਹੈ। ਸੋ ਗੁਰਬਾਣੀ ਬਹੁਤ ਵਿਸ਼ਾਲ ਹੈ। ਕਲ ਯੁੱਗ ਮੈਂ ਕੀਰਤਨ ਪ੍ਰਧਾਨਾ। ਪਾਤਸ਼ਾਹ ਕਹਿੰਦੇ ਤੇਰੇ ਕੋਲ ਆ ਜਿਹੜਾ ਸਮਾਂ ਹੈ ਨਾ, ਕਲ ਯੁੱਗ ਹੁੰਦਾ, ਜਿਹੜੀ ਸਾਡੇ ਅੰਦਰ ਕਲਪਨਾ ਹੈ, ਮਾਇਆ ਦੀ ਇੱਛਾ ਹੈ, ਤੇਰੇ ਹਿਰਦੇ ਦੇ ਅੰਦਰ ਜਿਹੜੀ ਹੈ ਮਾਇਆ ਦੀ ਇੱਛਾ ਚੱਲਦੀ ਹੈ, ਇਹ ਕਲ ਯੁੱਗ ਹੈ। ਇਹਦੇ ਅੰਦਰ ਕੀ ਹੈ? ਮਹਿ ਕੀ ਰਤਨ, ਕਿਹੜਾ ਸੋਝੀ ਹੈ, ਕਿਹੜਾ ਗਿਆਨ ਆ, ਉਹਦਾ ਪ੍ਰਾਪਤ ਕਰ। ਜਿਹੜਾ ਪ੍ਰਧਾਨ ਹੈ, ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਉਹਦਾ ਸੋਝੀ ਪ੍ਰਾਪਤ ਕਰੋ। ਕੀ ਹੈ? ਕਲ ਯੁੱਗ ਮੈਂ ਕੀਰਤਨ ਪ੍ਰਧਾਨਾ ਗੁਰਮੁਖੀ ਜਪੀ ਹੈ। ਉੱਥੇ ਦੇਖੋ ਗੁਰਮੁਖੀ ਹੈ ਕਿ ਆਪਣੇ ਮੂਲ ਦੀ ਸੋਝੀ ਪ੍ਰਾਪਤ ਕਰ। ਜਿਹੜਾ ਤੇਰਾ ਮੂਲ ਹੀ ਸਭ ਤੋਂ ਸ੍ਰੇਸ਼ਟ ਹੈ।
ਗੁਰਮੁਖੀ ਜਪੀ ਐ, ਜਿਨ੍ਹਾਂ ਨੂੰ ਵੀ ਉਹਦੀ ਸੋਝੀ ਆਈ ਹੈ, ਜਾਂ ਜਿਹੜਾ ਵੀ ਸੋਝੀ ਲਊਗਾ, ਲਾਏ ਧਿਆਨਾ, ਉਹ 'ਚ ਧਿਆਨ ਰੱਖਣਾ, ਆਪਣੇ ਮੂਲ 'ਚ ਧਿਆਨ ਰੱਖਣਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ 'ਚ ਧਿਆਨ ਰੱਖਣਾ। ਗੁਰਮੁਖ ਜਪੀਐ ਲਾਏ ਧਿਆਨਾ, ਪੂਰੇ ਧਿਆਨ ਦੇ ਨਾਲ ਉਹਨੂੰ ਸਮਝਣਾ। ਜੋ ਗੁਰਬਾਣੀ ਕਹਿੰਦੀ ਹੈ, ਕੱਲੇ ਕੱਲੇ ਬਚਨ ਨੂੰ ਬੜੀ ਬਰੀਕੀ ਨਾਲ ਵਿਚਾਰਨਾ ਹੈ, ਵਿਚਾਰਨਾ ਹੀ ਧਿਆਨ ਹੈ। ਫਿਰ ਉਹਨੂੰ ਵਿਚਾਰ ਕੇ ਸਮਝ ਕੇ ਜਿੰਨਾ ਚਿਰ ਭਾਵ ਸਾਗਰ ਦੇ ਵਿੱਚ ਵਿਚਰਨਾ ਹੈ, ਉਸ ਤਰੀਕੇ ਨਾਲ ਵਿਚਰਨਾ ਹੈ। ਫਿਰ ਜੀਵਨ ਸ੍ਰੇਸ਼ਟਤਾਈ ਹੈ। ਹੇ ਮੇਰੇ ਮਨਾ, ਉਹਨਾਂ ਚਿਰ ਸ੍ਰੇਸ਼ਟਤਾਈ ਨਹੀਂ ਹੈ, ਭਰਮਤਾਈ ਹੈ। ਸੋ ਜਿਹੜੀ ਜੋਤ ਇਸ ਭਾਵ ਸਾਗਰ ਦੇ ਅੰਦਰ ਹੁਕਮ ਵਿੱਚ ਰਹਿੰਦੀ ਹੈ, ਮੰਨੈ ਜਮ ਕੈ ਸਾਥ ਨਾ ਜਾਏ, ਉਹਨਾਂ ਨੂੰ ਭਰਮ ਕੁਛ ਨਹੀਂ ਕਰ ਸਕਦਾ। ਉਹ ਭਰਮ ਤੋਂ ਦੂਰ ਰਹਿੰਦੇ। ਅੰਗ 595 ਉੱਪਰ ਵੀ ਪਾਤਸ਼ਾਹ ਕਹਿੰਦੇ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਨਾਨਕ ਜੀ ਕਹਿੰਦੇ ਔਗਣ ਨੇ, ਜਿੰਨੇ ਵੀ ਔਗਣ ਨੇ, ਜਿੰਨਾ ਵੀ ਭਰਮ ਹੈ, ਕਹਿੰਦੇ ਤੈਨੂੰ ਇਹ ਤੇਰੇ ਗਲ ਨੂੰ ਜੰਜੀਰੀ ਪਈ ਹੋਈ ਹੈ। ਜੇ ਗੁਣ ਹੋਣ ਤਾਂ ਕੱਟੀਆਂ, ਕਹਿੰਦੇ ਜੇ ਗੁਣ ਕੋਲ ਹੋਣਗੇ ਤਾਂ ਹੀ ਘੱਟ ਹੋਣਗੇ। ਜੇ ਹੁਣ ਭਰਮ ਤਾਂ ਹੀ ਦੂਰ ਹੋਊਗਾ ਜੇ ਚਾਨਣ ਹੋਊਗਾ। ਸੇ ਭਾਈ ਸੇ ਵੀਰ, ਕਹਿੰਦੇ ਫਿਰ ਪਤਾ ਵੀ ਲੱਗ ਜੂ ਵੀ ਇਹ ਤਾਂ ਸਾਰੇ ਮੇਰੇ ਭਰਾ ਨੇ, ਇਹ ਤਾਂ ਮੇਰੇ ਵੀਰ ਨੇ। ਕੋਈ ਗੁਰੂ ਨਹੀਂ ਇੱਥੇ ਸੰਸਾਰ 'ਚ, ਕੋਈ ਚੇਲਾ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਸਾਰੇ ਬਰਾਬਰ ਨੇ, ਇੱਕੋ ਜਿਹੇ ਨੇ ਸਾਰੇ। ਪਰ ਇਹ ਉਹ ਜੋਤ ਗੱਲ ਕਹਿ ਸਕਦੀ ਹੈ ਜਿਹਨੂੰ ਸ਼ਬਦ ਗੁਰੂ ਦੀ ਪ੍ਰਾਪਤੀ ਹੈ, ਜਿਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ। ਔਗਣ ਸਾਰੇ ਖਤਮ ਨੇ। ਜਿਹੜਾ ਮੰਨ ਕੇ ਹੁਕਮ ਅਨੁਸਾਰ ਚੱਲ ਰਿਹਾ, ਇਹ ਉਹ ਕਹਿ ਸਕਦਾ ਹੈ। ਇਹ ਮੇਰੇ ਮਨਾ, ਤੂੰ ਨਹੀਂ ਕਹਿ ਸਕਦਾ। ਤੂੰ ਕਿੱਥੋਂ ਸਾਰਿਆਂ ਨੂੰ ਭਾਈ ਮੰਨ ਲੇਗਾ? ਕਿਉਂਕਿ ਜੋਤ ਦੇ ਆਧਾਰ ਤੇ ਭਾਈ ਮੰਨਿਆ ਜਾਂਦਾ ਹੈ, ਸਰੀਰ ਦੇ ਆਧਾਰ ਤੇ ਨਹੀਂ ਭਾਈ ਮੰਨਿਆ ਜਾਂਦਾ। ਸਰੀਰ ਤਾਂ ਮਾਇਆ ਦਾ ਹੈ, ਜੋਤ ਸ਼ੁੱਧ ਹੈ। ਜਦੋਂ ਜੋਤ ਨਾਲ ਜੋਤ ਦਾ ਸੰਪਰਕ ਹੁੰਦਾ ਤਾਂ ਭਾਈ ਹੈ। ਗੁਰ ਚੇਲਾ ਹੈ, ਗੁਰੂ ਚੇਲਾ ਨਹੀਂ ਹੈ। ਇਹ ਵੀ ਸਾਡੇ ਭਰਮ ਬਹੁਤ ਵੱਡਾ ਹੈ, ਇਹ ਵੀ ਨਹੀਂ ਨਿਕਲ ਸਕਦਾ। ਸੋ ਪਾਤਸ਼ਾਹ ਕਹਿੰਦੇ ਜਿਹੜੀ ਜੋਤ ਹੁਕਮ ਵਿੱਚ ਚੱਲਦੀ ਹੈ, ਭਾਣੇ ਵਿੱਚ ਚੱਲਦੀ ਹੈ, ਉਹਨੂੰ ਭਰਮ ਕੁਛ ਵੀ ਨਹੀਂ ਕਰ ਸਕਦਾ। ਜਿਹੜੀ ਜੋਤ ਭਰਮ ਦੇ ਵਿੱਚ ਹੈ, ਹੁਕਮ ਨਹੀਂ ਮੰਨਦੀ, ਉਹ ਭਾਣੇ ਵਿੱਚ ਨਹੀਂ ਚੱਲਦੀ, ਉਹਦਾ ਜੀਵਨ ਵਿਅਰਥ ਹੈ। ਸੋ ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ। ਹੁਣ ਇਹ ਮੇਰੇ ਮਨਾ ਪਾਤਸ਼ਾਹ ਦੱਸਦੇ ਆ ਕਿ ਜਿਹੜੇ ਧਾਰਮਿਕ ਲੋਕ ਕਹਿੰਦੇ ਆ ਨਾ ਵੀ ਸਾਡੇ ਕੋਲ ਵੀ ਨਾਮ ਹੈ, ਅਸੀਂ ਵੀ ਨਾਮ ਜਪਦੇ ਹਾਂ। ਪਾਤਸ਼ਾਹ ਕਹਿੰਦੇ ਉਹਦਾ ਨਾਮ ਹੀ ਇਹੋ ਜਿਹਾ ਹੁੰਦਾ, ਐਸਾ ਨਾਮ ਨਿਰੰਜਨ ਹੋਏ। ਉਹ ਤਾਂ ਨਿਰੰਜਨ ਹੁੰਦਾ, ਉਹ ਤਾਂ ਮਾਇਆ ਤੋਂ ਰਹਿਤ ਚੀਜ਼ ਹੁੰਦੀ ਹੈ। ਉਹਨੂੰ ਤਾਂ ਮਾਇਆ ਪਕੜ ਚ ਲੈ ਹੀ ਨਹੀਂ ਸਕਦੀ। ਸਾਰੀ ਮਾਇਆ ਤਾਂ ਉਹਦੇ ਅਧੀਨ ਹੈ। ਉਹ ਨਾਮ ਮਾਇਆ ਦੇ ਅਧੀਨ ਕਿੱਥੋਂ ਹੋ ਜਾਊਗਾ? ਔਰ ਉਸ ਨਾਮ ਨੂੰ ਤਾਂ ਮੈਲ ਲੱਗਦੀ ਨਹੀਂ ਹੈਗੀ। ਉਹ ਤਾਂ ਮੈਲ ਉਤਾਰਦਾ ਹੈ, ਉਹ ਤਾਂ ਮੈਲ ਨੂੰ ਲਾ ਕੇ ਸਿੱਟ ਦਿੰਦਾ ਹੈ। ਜਦੋਂ ਚਾਨਣ ਹੁੰਦਾ ਤਾਂ ਹਨੇਰਾ ਕਿੱਥੇ ਰਹਿੰਦਾ? ਇਸੇ ਕਰਕੇ ਪਾਤਸ਼ਾਹ ਨੇ ਲਿਖਿਆ, ਕਹਿੰਦੇ ਉਹ ਨਾਮ ਕਿਹੋ ਜਿਹਾ? ਐਸਾ ਨਾਮ ਨਿਰੰਜਨ ਹੋਏ। ਉਹ ਤਾਂ ਨਿਰੰਜਨ ਨਾਮ ਹੈ, ਪਰ ਸ਼ਰਤ ਕੀ ਹੈ? ਜੇ ਕੋ ਮਨੀ ਜਾਣੈ ਮਨ ਕੋਈ। ਕਹਿੰਦੇ ਜੇ ਕੋਈ ਉਸ ਨਾਮ ਨੂੰ ਜਾਣਨ ਦੀ ਕੋਸ਼ਿਸ਼ ਕਰ ਲਵੇ, ਜਾਣਨ ਬਾਰੇ ਸੋਚ ਲਵੇ, ਮੰਨ ਲਵੇ, ਆਪਣੇ ਅੰਦਰ ਗੱਲ ਧਾਰ ਲਵੇ ਵੀ ਮੈਂ ਉਹ ਨਾਮ ਪ੍ਰਾਪਤ ਕਰਨਾ ਜਿਹੜਾ ਮਾਇਆ ਤੋਂ ਰਹਿਤ ਹੈ। ਉਹ ਕਿਹੜਾ ਫਿਰ ਨਾਮ ਹੈ? ਮਨੀ ਕੋਏ। ਕਹਿੰਦੇ ਉਹਨੂੰ ਉਸ ਮਨ ਦੇ ਅੰਦਰੋਂ ਹੀ ਉਸ ਹੁਕਮ ਦੀ ਸੋਝੀ ਵੀ ਆ ਜਾਣੀ, ਉਹ ਨਾਮ ਪ੍ਰਾਪਤ ਵੀ ਹੋ ਜਾਣਾ। ਪਰ ਜੇ ਹੁਣ ਕੋਸ਼ਿਸ਼ ਹੀ ਨਹੀਂ ਕੀਤੀ, ਫਿਰ ਨਹੀਂ ਮਿਲਣਾ ਉਹਨੇ। ਗੁਰਬਾਣੀ ਉਸ ਨਾਮ ਦੀ ਵਿਆਖਿਆ ਹੈ। ਗੁਰਬਾਣੀ 'ਚ ਉਸ ਨਾਮ ਬਾਰੇ ਸਾਰਾ ਕੁਝ ਲਿਖਿਆ, ਨਾਮ ਬਾਰੇ ਵਿਆਖਿਆ ਕੀਤੀ ਗਈ ਹੈ। ਜਦੋਂ ਅਸੀਂ ਵਿਆਖਿਆ ਨੂੰ ਸਮਝ ਕੇ ਉਹਦੇ ਅਨੁਸਾਰ ਆਪਣਾ ਜੀਵਨ ਘਟਾਉਂਦੇ ਹਾਂ
ਤਾਂ ਉਸ ਘਟਾਉਣ ਦੇ ਜੀਵਨ ਦੇ ਵਿੱਚੋਂ ਜਿਹੜੀ ਸਾਨੂੰ ਤਾਕਤ ਮਿਲਦੀ ਹੈ, ਨਿਰਭੈਤਾ ਮਿਲਦੀ ਹੈ, ਨਿਰਵੈਰਤਾ ਮਿਲਦੀ ਹੈ, ਉਹ ਹੈ ਨਾਮ। ਉਹ ਅੱਖਰਾਂ 'ਚ ਨਹੀਂ ਹੁੰਦਾ, ਇਹ ਅੱਖਰਾਂ 'ਚ ਹੈ। ਇਹ ਅੱਖਰ ਖਿਰ ਜਾਹੇਂਗੇ, ਉਹ ਅਖਰ ਇਨਵੇਂ ਨਾ ਹੈ। ਉਹ ਅਖਰ ਹੈ, ਉਹਨੂੰ ਕੋਈ ਵੀ ਫੜ ਨਹੀਂ ਸਕਦਾ, ਉਹਨੂੰ ਕੋਈ ਖਰੀਦ ਨਹੀਂ ਸਕਦਾ, ਉਹਨੂੰ ਕੋਈ ਬਸ 'ਚ ਨਹੀਂ ਕਰ ਸਕਦਾ, ਉਹਦੇ ਤੇ ਕਿਸੇ ਦਾ ਕਬਜ਼ਾ ਨਹੀਂ ਹੋ ਸਕਦਾ। ਉਹ ਨਿਰੰਜਨ ਹੈ, ਉਹ ਮਾਇਆ ਤੋਂ ਰਹਿਤ ਹੈ। ਸੋ ਉਹਦੇ ਬਾਰੇ ਵੀ ਆਪਾਂ ਕੁਝ ਬਚਨ ਗੁਰਬਾਣੀ 'ਚੋਂ ਦੇਖਦੇ ਹਾਂ। ਅੰਗ 339 ਉੱਪਰ ਵੀ ਪਾਤਸ਼ਾਹ ਕਹਿੰਦੇ, ਸੰਕਟ ਨਹੀਂ ਪਰੈ ਜੋਨ ਨਹੀਂ ਆਵੈ, ਨਾਮ ਨਿਰੰਜਨ ਜਾ ਕੋਰੇ। ਇਹ ਮੇਰੇ ਮਨ ਦੇਖ ਕੀ ਲਿਖਿਆ ਪਾਤਸ਼ਾਹ ਨੇ, ਕਹਿੰਦੇ ਸੰਕਟ ਨਹੀਂ ਪਰੈ ਜੋਨੀ ਨਹੀਂ ਆਵੈ। ਕਹਿੰਦੇ ਉਹਨੂੰ ਤਾਂ ਕੋਈ ਡਿੱਕਾ ਪੈ ਹੀ ਨਹੀਂ ਸਕਦਾ ਜਿਹਦੇ ਕੋਲ ਨਾਮ ਹੈ। ਉਹਨੂੰ ਕਿਸੇ ਕਿਸਮ ਦਾ ਵੀ ਕੋਈ ਸੰਕਟ ਨਹੀਂ ਆਉਂਦਾ। ਸੰਕਟ ਕੀ ਹੁੰਦਾ? ਭਰਮ ਨਹੀਂ ਆਉਂਦਾ। ਸਰੀਰ ਕਰਕੇ ਤਕਲੀਫਾਂ ਆਉਂਦੀਆਂ ਨੇ, ਕਿਤੇ ਇਹ ਨਾ ਸਮਝ ਲਓ ਵੀ ਜਿਹੜਾ ਨਾਮ ਜਪਦਾ ਉਹਨੂੰ ਬਾਹਰਲੇ ਸਰੀਰ ਨੂੰ ਕੋਈ ਰੋਗ ਨਹੀਂ ਲੱਗਦੇ ਜਾਂ ਬਾਹਰਲੇ ਸਰੀਰ ਨੂੰ ਤਕਲੀਫ ਨਹੀਂ ਹੁੰਦੀ। ਐਸੀ ਕੋਈ ਗੱਲ ਨਹੀਂ ਹੈ। ਬਾਹਰਲਾ ਸਰੀਰ ਦਾ ਕੱਪੜਾ ਹੈ, ਕੱਪੜਾ ਤਾਂ ਖਰਾਬ ਹੁੰਦਾ ਹੈ। ਸੰਕਟ ਨਹੀਂ ਆਵੈ, ਉਹਨੂੰ ਸੰਕਟ ਨਹੀਂ ਆਉਂਦਾ, ਉਹਦੇ ਮੂਹਰੇ ਭਰਮ ਨਹੀਂ ਆਉਂਦਾ, ਅੜਿੱਕਾ ਨਹੀਂ ਕੋਈ ਪੈ ਸਕਦਾ, ਉਹਨੂੰ ਸੱਚ ਬੋਲਣ ਤੋਂ ਕੋਈ ਰੋਕ ਨਹੀਂ ਸਕਦਾ। ਸੰਕਟ ਨਹੀਂ ਆਵੈ, ਸੰਕਟ ਨਹੀਂ ਪਰੈ, ਉਹਨੂੰ ਕੋਈ ਡਿੱਕਾ ਨਹੀਂ ਪੈ ਸਕਦਾ। ਜੂਨੀ ਨਹੀਂ ਆਵੈ, ਕਿਉਂਕਿ ਉਹਨੂੰ ਤਾਂ ਪਤਾ ਮੈਂ ਤਾਂ ਜੋਤ ਸਰੂਪ ਹੈ, ਮੈਂ ਤਾਂ ਜੂਨੀ 'ਚ ਆਉਣਾ ਹੀ ਨਹੀਂ ਹੈਗਾ, ਮੈਂ ਤਾਂ ਜੂਨੀ ਤੋਂ ਬਾਹਰ ਹੈ। ਹੁਣ ਉਹ ਤਾਂ ਅਜੂਨੀ ਬਣ ਗਿਆ। ਪਾਤਸ਼ਾਹੀਆਂ ਭਗਤ ਸਾਹਿਬਾਨ ਅਜੂਨੀ ਸੀ, ਉਹਨਾਂ ਦਾ ਰਾਮ ਰਤਨ ਪਾ ਲਿਆ ਸੀ। ਨਾਮ ਨਿਰੰਜਨ ਜਾ ਕੋਰੇ, ਪਾਤਸ਼ਾਹ ਕਹਿੰਦੇ ਇਹ ਹੈ ਨਾਮ ਨਿਰੰਜਨ, ਇਹ ਹੈ ਮਾਇਆ ਤੋਂ ਰਹਿਤ ਹੋਣਾ। ਆਹ ਕੁਆਲਿਟੀ ਹੋਣੀ ਚਾਹੀਦੀ ਹੈ। ਇਹਨੂੰ ਕਹਿੰਦੇ ਆ ਨਾਮ। ਜਿਹਦੇ ਕੋਲ ਨਾਮ ਹੈ ਉਹ ਨਿਰਭਉ ਵੀ ਹੈ, ਉਹ ਨਿਰਵੈਰ ਵੀ ਹੈ, ਉਹ ਸਤਨਾਮ ਵੀ ਹੈ, ਉਹ ਕਰਤਾ ਪੁਰਖ ਵੀ ਹੈ, ਉਹ ਅਕਾਲ ਮੂਰਤ ਹੈ, ਉਹ ਅਜੂਨੀ ਹੈ, ਉਹ ਸਵੈਮ ਆਪ ਹੈ। ਸਾਡੇ ਕੋਲ ਸੰਸਾਰੀ ਪੈਸਾ ਹੋਵੇ ਤਾਂ ਨਹੀਂ ਅਸੀਂ ਕਿਸੇ ਨੂੰ ਵਾਰੇ ਆਉਣ ਦਿੰਦੇ, ਪਰ ਜਿਹਦੇ ਕੋਲ ਨਿਰਾਕਾਰੀ ਨਾਮ ਹੈ ਉਹ ਸੰਸਾਰ ਨੂੰ ਕਿੱਥੇ ਵਾਰੇ ਆਉਣ ਦੇ ਦੂਗਾ। ਤੇ ਸਾਡੇ ਜਿਹੜੇ ਸੰਸਾਰੀ ਤੌਰ ਤੇ ਨਾਮ ਜਪਦੇ ਆ ਧਾਰਮਿਕ ਆਗੂ ਹੈ, ਉਹ ਸੰਸਾਰੀਆਂ ਤੋਂ ਡਰਦੇ ਆ। ਉਹ ਕਹਿੰਦੇ ਵੀ ਅਸੀਂ ਸੱਚ ਕਿਸੇ ਨੂੰ ਨਹੀਂ ਕਹਿਣਾ, ਕਿਸੇ ਦਾ ਦਿਲ ਨਾ ਟੁੱਟ ਜਾਵੇ, ਕਿਸੇ ਦਾ ਮਨ ਨਹੀਂ ਤੋੜੀਦਾ ਹੁੰਦਾ। ਤੇ ਗੁਰਬਾਣੀ ਦਾ ਕਹਿੰਦੀ ਅੱਤ ਪਿਆਰਾ ਪਵੈ ਖੂਹ, ਕਿਉਂ ਸੰਜਮ ਕਰੀਏ। ਫਿਰ ਕਹਿੰਦੇ ਕਾਹਦਾ ਸੰਜਮ ਕਰਨਾ ਹੈ, ਉਹ ਕਿਤੇ ਖੂਹ 'ਚ ਨਾ ਡਿੱਗ ਜਾਵੇ। ਅਸੀਂ ਕਹਿੰਦੇ ਵੀ ਉਹ ਖੂਹ 'ਚ ਡਿੱਗਦਾ ਡਿੱਗ ਜਾਵੇ, ਅਸੀਂ ਨਹੀਂ ਕੁਛ ਵੀ ਕਹਿਣਾ, ਜੋ ਮਰਜ਼ੀ ਕਰੀ ਚੱਲੋ, ਤੁਸੀਂ ਵੀ ਠੀਕ ਹੀ ਕਹਿੰਦੇ ਹੋ ਭਾਈ। ਪਰ ਗੁਰਮੁਖ ਨਹੀਂ ਕਹਿੰਦਾ, ਗੁਰਮੁਖ ਸੱਚ ਬੋਲਦਾ ਹੈ। ਗਾਹਾਂ ਜੋ ਕੁਛ ਵੀ ਪਾਣਾ ਵਰਤੇ ਸੋ ਵਰਤੇ। ਸੋ ਜਾ ਕੋਰੇ ਜਿਸ ਕੋਲ ਨਾਮ ਨਿਰੰਜਨ ਹੁੰਦਾ ਹੈ, ਉਸ ਦੀ ਨਿਸ਼ਾਨੀ ਦੱਸੀ ਹੈ ਗੁਰਬਾਣੀ ਨੇ ਕਿ ਉਸ ਨੂੰ ਸੰਕਟ ਨਹੀਂ ਪੈਂਦਾ, ਭਾਵ ਕਿ ਮਾਇਆ ਦਾ ਕੋਈ ਵੀ ਪ੍ਰਭਾਵ ਉਹਦੇ ਤੇ ਨਹੀਂ ਪੈਂਦਾ। ਜੋਨੀ ਨਹੀਂ ਆਵੇ, ਭਾਵ ਅਜੂਨੀ ਹੋ ਜਾਂਦਾ ਹੈ। ਸੋ ਐਸਾ ਨਾਮ ਨਿਰੰਜਨ ਹੈ। ਹੇ ਮੇਰੇ ਮਨਾ ਕੁਝ ਸਮਝ ਲੈ, ਵਿਚਾਰ ਲੈ। ਸਮਾਂ ਬਾਰਲੀ ਦੇਹੀ ਕੱਪੜੇ ਦਾ ਥੋੜਾ ਹੀ ਹੈ ਤੇ ਕਾਰਜ ਬਹੁਤ ਵੱਡਾ ਹੈ। ਸੋ ਆ ਤੇਰੇ ਕੋਲ ਟਾਈਮ ਹੈ, ਪਾਤਸ਼ਾਹ ਨੇ ਦਿੱਤਾ, ਤੂੰ ਇਸ ਨਾਮ ਨੂੰ ਨਿਰੰਜਨ ਨੂੰ ਸਮਝ, ਵਿਚਾਰ, ਉਹਦੀ ਪ੍ਰਾਪਤੀ ਕਰ ਤਾਂ ਕਿ ਤੇਰਾ ਜੀਵਨ ਸਫਲ ਹੋ ਸਕੇ। ਸੋ ਇੱਥੋਂ ਤੱਕ ਕਿ ਅੱਜ ਦੀ ਜੋ ਵਿਚਾਰ ਸੀ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਤਾਂ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ